ਸਿੱਧੂ ਮੂਸੇਵਾਲਾ ਨਾਲ ਥਾਰ ਦੇ ਵਿੱਚ ਮੌਜੂਦ ਦੋਸਤਾਂ ਦਾ ਵਿਧਾਇਕ ਗੁਰਪ੍ਰੀਤ ਬਣਾਵਾਲੀ ਦੇ ਕੋਲ ਖੁਲਾਸਾ ਕਿਹਾ ਪਿੱਛਾ ਕਰ ਰਹੀ ਗੱਡੀ ਦਾ ਹੋ ਗਿਆ ਸੀ ਅਹਿਸਾਸ। ਮੂਸੇਵਾਲਾ ਨੂੰ ਦੱਸਿਆ ਵੀ ਪਰ ਉਸਨੇ ਕਿਹਾ ਇਹ ਫੈਨ ਹਮਲਾਵਰਾਂ ਨੇ ਗੱਡੀ ਬਰਾਬਰ ਲਗਾ ਕੇ ਥਾਰ ਦੇ ਟਾਇਰ ਦੇ ਉੱਤੇ ਕੀਤੀ ਸੀ ਫਾਇਰਿੰਗ। ਸਿੱਧੂ ਨੇ ਕੀਤਾ ਜਵਾਬੀ ਫਾਇਰ। ਹਮਲਾ ਹੋਣ ਤੇ ਮੂਸੇਵਾਲਾ ਬੋਲਿਆ ਡਰੋ ਨਾ ਹੌਸਲਾ ਰੱਖੋ। ਸਿੱਧੂ ਮੂਸੇਵਾਲਾ ਤੇ ਹਾਈਟੈਕ ਹਥਿਆਰਾਂ ਦੇ ਨਾਲ ਕੀਤਾ ਗਿਆ ਸੀ ਹਮਲਾ। 2 ਮਿੰਟ ਦੇ ਕਰੀਬ ਹੋਈ ਫਾਇਰਿੰਗ। ਥਾਰ ਦੇ ਵਿੱਚ ਹੋ ਗਿਆ ਸੀ ਧੂਆਂ ਹੀ ਧੂਆਂ। ਇੱਕ ਵਾਰ ਬੰਦ ਹੋਣ ਤੋਂ ਬਾਅਦ ਦੁਬਾਰਾ ਮੁੜ ਤੋਂ ਕੀਤੀ ਗਈ ਸੀ ਫਾਇਰਿੰਗ। ਮੂਸੇਵਾਲਾ ਦੇ ਕਤਲकांड ਦੀ ਜਾਂਚ ਦੇ ਲਈ ਪੰਜਾਬ ਸਰਕਾਰ ਨੇ ਹੋਰ ਮਜ਼ਬੂਤ ਕੀਤੀ ਐਸਆਈਟੀ। ਜਾਂਚ ਟੀਮ ਚ ਜੁੜੇ ਗਏ ਏਜੀਟੀਐਫ ਦੇ ਏਆਈਜੀ ਆਈਜੀ ਜਸਕਰਨ ਸਿੰਘ ਦੀ ਨਿਗਰਾਨੀ ਦੇ ਵਿੱਚ ਹੁਣ ਹੋਵੇਗੀ ਜਾਂਚ। ਪਿੰਡ ਮੂਸੇ ਦੇ ਵਿੱਚ ਮੂਸੇਵਾਲਾ ਦੀ ਬਣੇਗੀ ਯਾਦਗਾਰ। ਰਚਿਖਾ ਵਾਲੀ ਥਾਂ ਤੇ ਬਣਾਇਆ ਜਾ ਰਿਹਾ ਸਮਾਰਕ। ਕੱਲ ਹੀ ਹੋਇਆ ਸੀ ਮੂਸੇਵਾਲਾ ਦਾ ਸੰਸਕਾਰ। ਅੰਮ੍ਰਿਤਸਰ ਚ ਖਾਲਸਾ ਕਾਲਜ ਦੇ ਬਾਹਰ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ। ਮ੍ਰਿਤਕ ਦੇ ਦੋਸਤ ਦੀ ਹਾਲਤ ਗੰਭੀਰ। ਨਿੱਜੀ ਰੰਜਿਸ਼ ਕਰਕੇ ਹੋਈ ਸੀ ਤਕਰਾਰ। सत श्री अकाल, स्वागत है गौरव शुक्ला। मैं हूं तुहाडे नाल हाजिर हां फर्क तां पैंदा है लैके। फर्क तां पैंदा दी शुरुआत अज करन जा रहे हां सिद्धू मूसेवाला तो। सिद्धू मूसेवाला दे दोस्तां दे वल्लों वड्डा खुलासा कीता गया। ਉਹ ਦੋਸਤ ਜੋ ਸਿੱਧੂ ਮੂਸੇਵਾਲਾ ਨਾਲ ਉਸ ਥਾਰ ਦੇ ਵਿੱਚ ਮੌਜੂਦ ਸੀ ਜਿਸ ਦੇ ਵਿੱਚ ਸਿੱਧੂ ਵੀ ਮੌਜੂਦ ਸੀ, ਜਿਸ ਦੇ ਉੱਤੇ ਫਾਇਰਿੰਗ ਕੀਤੀ ਗਈ, ਜਿਸ ਦੀ ਡਰਾਈਵਿੰਗ ਕਰਦੇ ਸਮੇਂ ਸਿੱਧੂ ਤੇ ਫਾਇਰਿੰਗ ਕਰਕੇ ਉਸ ਦੀ ਮੌਤ ਹੋ ਗਈ। ਸਿੱਧੂ ਮੂਸੇਵਾਲਾ ਦੇ ਦੋਸਤ ਜੋ ਜ਼ਖਮੀ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਉਹਨਾਂ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਤੇ ਖੁਲਾਸਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਕੋਲ। ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਨੇ ਤੇ ਉਹ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪਿੱਛਾ ਜੋ ਗੱਡੀ ਕਰ ਰਹੀ ਸੀ ਉਸ ਦਾ ਅਹਿਸਾਸ ਸਾਨੂੰ ਹੋ ਚੁੱਕਾ ਸੀ। ਸਿੱਧੂ ਮੂਸੇਵਾਲਾ ਨੂੰ ਅਗਾਹ ਕਰ ਦਿੱਤਾ ਗਿਆ ਸੀ। ਪਹਿਲਾਂ ਮੂਸੇਵਾਲਾ ਨੇ ਕਿਹਾ ਇਹ ਫੈਨ ਨੇ। ਮੂਸੇਵਾਲਾ ਨੇ ਪਹਿਲਾਂ ਪਜੈਰੋ ਕੱਢੀ ਸੀ, ਪਜੈਰੋ ਦਾ ਟਾਇਰ ਪੰਚਰ ਸੀ। ਤਾਂ ਪੂਰਾ ਸੀਕੁਐਂਸ ਦੱਸਿਆ ਗਿਆ ਕਿ ਆਖਿਰ ਉਸ ਦਿਨ ਹੋਇਆ ਕੀ। 5 ਵਜੇ ਤੋਂ ਲੈ ਕੇ 5:30 ਵਜੇ ਤੱਕ ਕਰੀਬ ਅੱਧੇ ਘੰਟੇ ਦੇ ਵਿੱਚ ਸਿੱਧੂ ਦੇ ਮਾਪਿਆਂ ਦੀ, ਸਿੱਧੂ ਦੇ ਪ੍ਰਸ਼ੰਸਕਾਂ ਦੀ ਜਿਸ ਅੱਧੇ ਘੰਟੇ ਨੇ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਉਸ ਅੱਧੇ ਘੰਟੇ ਦੇ ਵਿੱਚ ਕੀ ਹੋਇਆ, ਉਸ 30 ਮਿੰਟ ਦੇ ਵਿੱਚ ਕੀ ਹੋਇਆ, ਸਿੱਧੂ ਦੇ ਘਰ ਨਿਕਲਣ ਤੋਂ ਲੈ ਕੇ ਉਸ ਵਾਰਦਾਤ ਵਾਲੀ ਥਾਂ ਦੇ ਉੱਤੇ ਪਹੁੰਚਣ ਤੱਕ ਕੀ ਹੋਇਆ, ਸਿੱਧੂ ਦੇ ਨਾਲ ਮੌਜੂਦ ਦੋਸਤਾਂ ਦੇ ਵਿਚਾਲੇ ਕੀ ਕੁਝ ਗੱਲਬਾਤ ਹੋ ਰਹੀ ਸੀ, ਉਹ ਸਭ ਕੁਝ ਸਿੱਧੂ ਦੇ ਦੋਸਤਾਂ ਦੇ ਵੱਲੋਂ ਬਿਆਨ ਕੀਤਾ ਗਿਆ ਹੈ। ਸਿੱਧੂ ਦੇ ਦੋਸਤਾਂ ਨੇ ਬਿਆਨ ਕਰਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਦੱਸਿਆ। ਬਣਾਵਾਲੀ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇ ਤੇ ਉਹ ਲੁਧਿਆਣਾ ਪਹੁੰਚੇ ਸੀ ਡੀਐਮਸੀ ਦੇ ਵਿੱਚ ਸਿੱਧੂ ਦੇ ਜ਼ਖਮੀ ਦੋਸਤਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ। ਤਾਂ ਸਿੱਧੂ ਦੇ ਦੋਸਤਾਂ ਨੇ ਦੱਸਿਆ ਕਿ ਗੱਡੀ ਜੋ ਪਿੱਛਾ ਕਰ ਰਹੀ ਸੀ ਸਾਨੂੰ ਅਹਿਸਾਸ ਹੋ ਚੁੱਕਾ ਸੀ। ਦਰਅਸਲ ਜਦੋਂ ਘਰੋਂ ਨਿਕਲਦੇ ਨੇ ਤਾਂ ਉਦੋਂ ਹੀ ਕੋਈ ਗੱਡੀ ਪਿੱਛਾ ਕਰ ਰਹੀ ਸੀ ਤਾਂ ਉਸਦੇ ਦੋਸਤਾਂ ਨੇ ਕਿਹਾ ਕਿ ਗੱਡੀ ਕੋਈ ਆਪਣੇ ਪਿੱਛੇ ਹੈ। ਤਾਂ ਸਿੱਧੂ ਕਹਿੰਦੇ ਨੇ ਕਿ ਕੋਈ ਫੈਨਸ ਹੋਣਗੇ ਕਿਉਂਕਿ ਪਹਿਲਾਂ ਵੀ ਇਸ ਤਰੀਕੇ ਨਾਲ ਘਰੋਂ ਨਿਕਲਦੇ ਸਾਰ ਕੋਈ ਗੱਡੀਆਂ ਨਾਲ ਤੁਰਨ ਲੱਗ ਪੈਂਦੀਆਂ ਸੀ ਕਿ ਸਿੱਧੂ ਦੇ ਫੈਨਸ ਹੁੰਦੇ ਸਨ ਕਿ ਜਿੱਥੇ ਸਿੱਧੂ ਰੁਕੇਗਾ ਤਾਂ ਅਸੀਂ ਉੱਥੇ ਉਹਨਾਂ ਦੇ ਨਾਲ ਫੋਟੋ ਖਿਚਵਾ ਲਵਾਂਗੇ ਤੇ ਇਸ ਤਰੀਕੇ ਨਾਲ ਲੋਕ ਫੋਟੋ ਖਿਚਵਾਉਂਦੇ ਰਹੇ ਸੀ। ਤਾਂ ਸਿੱਧੂ ਨੇ ਕਿਹਾ ਕਿ ਫੈਨਸ ਹੋਣਗੇ ਫੋਟੋ ਖਿਚਵਾਉਣ ਵਾਲੇ ਤਾਂ ਆਪਾਂ ਆਪਣੇ ਕੰਮ ਚੱਲੇ ਆ ਉੱਥੇ ਹੀ ਜਾਂਦੇ ਰਹੀਏ। ਤਾਂ ਉਹ ਜਾਂਦੇ ਰਹੇ ਪਰ ਇੱਕ ਮੋੜ ਦੇ ਉੱਤੇ ਆ ਕੇ ਅਹਿਸਾਸ ਹੋ ਗਿਆ ਕਿ ਨਹੀਂ, ਇਹ ਫੋਟੋ ਖਿਚਵਾਉਣ ਵਾਲੇ ਫੈਨ ਨਹੀਂ ਹੈਗੇ ਬਲਕਿ ਇਹ ਕੋਈ ਗਲਤ ਅਨਸਰ ਨੇ ਜੋ ਹਮਲਾ ਕਰਨ ਦੇ ਇਰਾਦੇ ਨਾਲ ਕਿਤੇ ਨਾ ਕਿਤੇ ਪਹੁੰਚੇ ਹੋਏ ਨੇ। ਤਾਂ ਉਸ ਤੋਂ ਬਾਅਦ ਗੱਡੀ ਦੇ ਥਾਰ ਗੱਡੀ ਦੇ ਟਾਇਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਕਰੋਲਾ ਕਾਰ ਦੇ ਵਿੱਚ ਸਵਾਰ ਗੈਂਗਸਟਰਾਂ ਦੇ ਵੱਲੋਂ। ਤੇ ਉਸ ਤੋਂ ਬਾਅਦ ਸਿੱਧੂ ਨੇ ਵੀ 2 ਫਾਇਰ ਕੱਢੇ। ਉਹਨਾਂ ਦੇ ਪਿਸਤੌਲ ਦੇ ਵਿੱਚ ਸਿਰਫ 2 ਹੀ ਜਿਹੜੇ ਗੋਲੀਆਂ ਸੀ, ਉਹਨਾਂ ਨੇ 2 ਫਾਇਰ ਕੱਢੇ। ਤਾਂ ਉਸ ਤੋਂ ਬਾਅਦ ਅੰਨ੍ਹੇਵਾਹ ਫਾਇਰਿੰਗ ਹੋਈ ਤੇ ਸਿੱਧੂ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ। ਦਾ ਮੈਂ ਪੁੱਛਿਆ ਵੀ ਕੀ ਕਿਸ ਤਰ੍ਹਾਂ ਪ੍ਰੋਗਰਾਮ ਸੀ, ਕੀ ਪ੍ਰੀ ਪਲੈਨਿੰਗ ਸੀ, ਤੁਸੀਂ ਉੱਥੇ ਹੀ ਜਾਣਾ ਸੀ ਜਾਂ ਕਿਸੇ ਨੂੰ ਦੱਸਿਆ ਸੀ? ਤਾਂ ਉਹ ਕਹਿੰਦੇ ਸਾਰਾ ਦਿਨ ਹੀ ਘਰ ਸੀ, ਕੋਈ ਇਹੋ ਜਿਹੀ ਪਲੈਨਿੰਗ ਹੀ ਨਹੀਂ ਸੀਗੀ ਵੀ ਅਸੀਂ ਉੱਥੇ ਜਾਣਾ। ਤਾਂ ਸਿੱਧੂ ਨੇ ਕਿਹਾ ਕਿ ਮਾਸੀ ਦਾ ਪਤਾ ਲੈ ਕੇ ਆਉਣੇ ਆ। ਤਾਂ ਪਹਿਲਾਂ ਉਹਨਾਂ ਨੇ ਇੱਕ ਦੂਜੀ ਗੱਡੀ ਕੱਢੀ ਆ ਸ਼ਾਇਦ ਪਜੈਰੋ ਤੇ ਉਹਦਾ ਟਾਇਰ ਪੰਚਰ ਸੀਗਾ। ਪਹਿਲਾਂ ਪਜੈਰੋ ਗੱਡੀ ਕਿਉਂਕਿ ਹੁਣ ਤੱਕ ਚਰਚਾ ਸੀ ਫੋਰਚੂਨਰ ਬੁਲਟ ਪ੍ਰੂਫ ਗੱਡੀ ਹੈ। ਨਹੀਂ ਦੂਸਰੀ ਪਜੈਰੋ ਗੱਡੀ ਕੱਢੀ ਆ, ਉਹਦਾ ਪਜੈਰੋ ਗੱਡੀ ਟਾਇਰ ਪੰਚਰ ਸੀਗਾ ਉਹਦਾ। ਤਾਂ ਉਹ ਟਾਇਰ ਪੰਚਰ ਸੀ। ਸਿੱਧੂ ਤੁਸੀਂ ਜਾਣਦੇ ਹੋ ਕਿ ਟਰੈਕਟਰ ਚਲਾਉਣ ਦਾ, ਗੱਡੀਆਂ ਚਲਾਉਣ ਦਾ ਸ਼ੌਕੀਨ ਸੀ। ਉਹ ਕਹਿੰਦਾ ਵੀ ਥਾਰ ਨਹੀਂ ਕਦੇ ਲੈ ਕੇ ਗਏ, ਥਾਰ ਤੇ ਚੱਲਦੇ ਆ। ਤਾਂ ਜਦੋਂ ਉਹਨਾਂ ਨੇ ਕਹਿੰਦੇ ਥਾਰ ਕੱਢੀ ਆ ਤੇ ਥਾਰ ਕੰਜਸਟਡ ਹੁੰਦੀ ਆ ਥੋੜੀ ਜਿਹੀ, ਤੁਸੀਂ ਵੇਖੋ ਪਿੱਛੇ ਇੱਕ ਹੀ ਬੰਦਾ ਬੈਠ ਸਕਦਾ, ਅੱਗੋਂ ਦੀ
ਦੋ ਬਹਿੰਦੇ ਆ। ਤਾਂ ਉਸ ਟਾਈਮ ਕੀ ਹੋਇਆ ਕਿ ਤਿੰਨੋਂ ਇਹਨਾਂ ਨੇ ਥਾਰ ਦੇ ਉੱਤੇ ਤਿੰਨੋਂ ਗਏ, ਤਾਂ ਚੌਥੇ ਨੂੰ ਜਿਹੜਾ ਸੀਗਾ ਗਨਮੈਨ ਕਹਿੰਦੇ, ਤਾਂ ਉਹ ਸਿੱਧੂ ਨੇ ਕਹਿਤਾ ਕਿ ਜਗ੍ਹਾ ਹੈ ਨਹੀਂ, ਆਪਾਂ ਹੁਣ ਤਾਂ ਆ ਜਾਣਾ, ਕਿਉਂਕਿ ਰਸਤਾ ਹੀ ਸਿਰਫ ਨਾਲ ਹੀ ਤਾਂ ਹੈ ਵੀ ਆਪਾਂ ਹੁਣੇ ਹੀ ਆ ਜਾਣਾ। ਸਿੱਧੂ ਮੂਸੇਵਾਲੇ ਨੇ ਗਨਮੈਨ ਨੂੰ ਕਿਹਾ, ਸਿੱਧੂ ਨੇ ਕਿਹਾ ਵੀ ਆਪਾਂ ਹੁਣੇ ਹੀ ਆ ਜਾਣਾ, ਤੁਸੀਂ ਰਹੋ। ਤਾਂ ਉਹ ਕਹਿੰਦੇ ਵੀ ਅਸੀਂ ਤਿੰਨੋਂ ਨਿਕਲ ਗਏ। ਤੁਸੀਂ ਵੇਖੋਗੇ, ਤੁਸੀਂ ਵੇਖਿਆ ਹੋਣਾ ਸਿੱਧੂ ਦੀ ਹਵੇਲੀ ਤੋਂ ਲੈ ਕੇ ਜਦੋਂ ਮੇਨ ਰੋਡ ਆਉਣੇ ਆ ਸਿਰਫ 500 ਮੀਟਰ ਦਾ ਰਸਤਾ, ਬਿਲਕੁਲ 500 ਤੋਂ ਵੀ ਘੱਟ ਮੀਟਰ ਦਾ। ਜਦੋਂ ਮੇਨ ਰੋਡ ਤੇ ਚੜੇ ਆ ਤਲਵੰਡੀ ਟੂ ਮਾਨਸਾ ਰੋਡ ਆ ਜਿਹੜੀ ਮੇਨ, ਤਾਂ ਉਹ ਥੋੜੀ ਦੂਰ ਹੀ ਗਏ ਆ ਮਾਨਸਾ ਵਾਲੀ ਸਾਈਡ ਨੂੰ, ਤਾਂ ਪਿੱਛੋਂ ਇੱਕ ਗੱਡੀ ਨੇ ਚਾਣਚੱਕ ਕਹਿੰਦੇ ਪਿੱਛਾ ਕਰਨਾ ਸ਼ੁਰੂ ਕਰਤਾ। ਇਹ ਦੋ ਗੱਡੀਆਂ ਸੀਗੀਆਂ, ਦੋਵਾਂ ਚੋਂ ਬਲੈਰੋ, ਇੱਕ ਜਿਹੜੀ ਕਰੋਲਾ ਗੱਡੀ ਨੇ ਪਿੱਛਾ ਕਰਨਾ ਸ਼ੁਰੂ, ਇੱਕ ਗੱਡੀ ਨੇ ਪਿੱਛਾ ਕਰਨਾ ਕਹਿੰਦੇ ਸ਼ੁਰੂ ਕੀਤਾ। ਸਿੱਧੂ ਮੂਸੇਵਾਲਾ ਜਦੋਂ ਘਰੋਂ ਬਾਹਰ ਨਿਕਲੇ 300 ਮੀਟਰ ਤੋਂ ਖੱਬੇ ਹੱਥ ਮੁੜੇ, ਜਿਵੇਂ ਮੇਨ ਰੋਡ ਤੇ। ਤਾਂ ਕਈ ਵਾਰੀ ਇਹ ਹੁੰਦਾ ਕਿ ਉਹ ਕਹਿੰਦੇ ਅਸੀਂ ਵੀ ਆਖਿਆ ਵੀ ਗੱਡੀ ਲੱਗਦਾ ਪਿੱਛੇ ਆ, ਤਾਂ ਸਿੱਧੂ ਦੇ ਫੈਨ ਬੜੇ ਆ ਵੀ ਸਿੱਧੂ ਜਦੋਂ ਘਰੋਂ ਨਿਕਲਦਾਗਾ ਫੈਨ ਫੋਟੋ ਕਰਾਉਣ ਨੂੰ ਮਿਲਣ ਵਾਸਤੇ ਪਿੱਛੇ ਲਾ ਲੈਂਦੇ ਆ ਗੱਡੀਆਂ। ਤਾਂ ਸਿੱਧੂ ਨੇ ਕਿਹਾ ਵੀ ਕੋਈ ਫੈਨ ਹੋਊਗਾ, ਤੇ ਉਹਨੇ ਗੱਡੀ ਪਿੱਛੇ ਲਾਤੀ, ਤੇ ਉਹਨੂੰ ਜਾਣੀ ਕਿ ਇੱਕ ਵਾਰੀ ਸੀਰੀਅਸ ਨਹੀਂ ਲਿਆ। ਤਾਂ ਅਹਿਸਾਸ ਤਾਂ ਹੋ ਚੁੱਕਿਆ ਸੀ ਕਿ ਕੋਈ ਪਿੱਛਾ ਕਰ ਰਿਹਾ ਔਰ ਗਲਤ ਆਨਸਰ ਨੇ। ਇਹ ਵੀ ਤੁਹਾਨੂੰ ਦੱਸੀਏ ਕਿ ਇੱਕ ਬਹੁਤ ਵੱਡਾ ਖੁਲਾਸਾ ਇਹ ਵੀ ਕੀਤਾ ਗਿਆ ਸਿੱਧੂ ਦੇ ਦੋਸਤਾਂ ਦੇ ਵੱਲੋਂ ਕਿ 500 ਮੀਟਰ ਪਹਿਲਾਂ ਵੀ ਜਿੱਥੇ ਪੂਰੀ ਘਟਨਾ ਵਾਪਰੀ ਉਸ ਤੋਂ ਕਰੀਬ ਅੱਧਾ ਕਿਲੋਮੀਟਰ ਪਹਿਲਾਂ ਵੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਰੋਲਾ ਦੇ ਵੱਲੋਂ, ਤੇ ਉਸ ਤੋਂ ਬਾਅਦ ਜਦੋਂ ਨਹੀਂ ਉਹ ਓਵਰਟੇਕ ਕਰ ਸਕਿਆ ਤਾਂ ਉਸ ਤੋਂ ਬਾਅਦ ਫਿਰ ਰੋਂਗ ਸਾਈਡ ਤੋਂ, ਯਾਨੀ ਜੇ ਗੱਡੀ ਸਿੱਧੀ ਜਾ ਰਹੀ ਹੈ ਤਾਂ ਫਿਰ ਉਸਦੇ ਰੋਂਗ ਸਾਈਡ ਤੋਂ, ਆਪਾਂ ਖੱਬੇ ਪਾਸੇ ਜਾਂਦੇ ਹਾਂ, ਗੱਡੀ ਦੇ ਹੇਠਾਂ ਤੋਂ ਰੋਂਗ ਸਾਈਡ ਤੋਂ ਓਵਰਟੇਕ ਕੀਤਾ ਗਿਆ। ਗੱਡੀ ਬਰਾਬਰ ਕਰਕੇ ਥਾਰ ਦੇ ਟਾਇਰ ਦੇ ਉੱਤੇ ਫਾਇਰਿੰਗ ਕੀਤੀ ਗਈ। ਮੂਸੇਵਾਲਾ ਨੇ ਕਿਹਾ ਕਿ ਜਦੋਂ ਫਾਇਰਿੰਗ ਹੋਈ ਤਾਂ ਉਸ ਤੋਂ ਬਾਅਦ ਮੂਸੇਵਾਲਾ ਨੇ ਜਵਾਬੀ 2 ਫਾਇਰ ਵੀ ਕੱਢੇ, ਤੇ ਇਸ ਵਿਚਾਲੇ ਮੂਸੇਵਾਲਾ ਆਪਣੇ ਦੋਸਤਾਂ ਨੂੰ ਕਹਿੰਦੇ ਨੇ ਕਿ ਡਰੋ ਨਾ, ਹੌਸਲਾ ਰੱਖੋ। ਸਿੱਧੂ ਮੂਸੇਵਾਲਾ ਨੇ ਹਵਾਈ ਫਾਇਰ ਵੀ ਇਸ ਵਿਚਾਲੇ 2 ਕੱਢੇ। ਮੂਸੇਵਾਲਾ ਦੇ ਪਿਸਟਲ ਦੇ ਵਿੱਚ ਸਿਰਫ 2 ਹੀ ਗੋਲੀਆਂ ਸੀ। ਤਾਂ ਇਸ ਦੇ ਪਿੱਛੇ ਵਜ੍ਹਾ ਵੀ ਦੱਸ ਰਹੇ ਨੇ ਵਿਧਾਇਕ, ਤੇ ਕਹਿ ਰਹੇ ਨੇ ਕਿ ਪਿਤਾ ਨਾਲ ਗੱਲਬਾਤ ਹੋਈ ਹੈ ਤੇ ਪਿਤਾ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਦੋਸਤ ਜਾਂ ਕੋਈ ਉਹਨਾਂ ਨੂੰ ਮਿਲਣ ਘਰ ਆਇਆ ਸੀ, ਵੈਪਨ ਲੈ ਕੇ ਆਇਆ ਸੀ, ਉਸਨੇ ਆਪਣੇ ਵੈਪਨ ਦੇ ਕੁਝ ਫਾਇਰ ਚਲਾਏ ਤਾਂ ਸਿੱਧੂ ਨੇ ਆਪਣੀ ਪਿਸਤੌਲ ਦੇ ਕੁਝ ਫਾਇਰ ਕੱਢੇ, ਤਾਂ ਇਸ ਵਿਚਾਲੇ ਉਸ ਤੋਂ ਬਾਅਦ ਰੀਲੋਡ ਨਹੀਂ ਕੀਤੀ, ਸਿਰਫ 2 ਹੀ ਗੋਲੀਆਂ ਉਸ ਦੇ ਵਿੱਚ ਬਾਕੀ ਸੀ। ਤਾਂ ਮੂਸੇਵਾਲਾ ਕਤਲकांड ਦੀ ਕਹਾਣੀ ਉਸਦੇ ਦੋਸਤਾਂ ਦੀ ਜ਼ੁਬਾਨੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹਨਾਂ ਦੋਸਤਾਂ ਨੂੰ ਮਿਲ ਕੇ ਆਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ, ਜਿਨ੍ਹਾਂ ਦੇ ਵੱਲੋਂ ਇਹ ਪੂਰੀ ਕਹਾਣੀ ਦੱਸੀ ਜਾ ਰਹੀ ਹੈ ਕਿ ਆਖਿਰ ਉਸ ਸਮੇਂ ਹੋਇਆ ਕੀ, 5 ਵਜੇ ਤੋਂ ਲੈ ਕੇ 5:30 ਤੱਕ ਅੱਧੇ ਘੰਟੇ ਦੇ ਵਿੱਚ ਆਖਿਰ ਕੀ ਕੁਝ ਹੋਇਆ। ਤਾਂ ਸਿੱਧੂ ਮੂਸੇਵਾਲਾ ਤੇ ਉਸਦੇ ਦੋਸਤਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਇਸ ਪੂਰੀ ਵਾਰਦਾਤ ਦੇ ਜਦੋਂ ਅੰਜਾਮ ਦਿੱਤਾ ਗਿਆ ਉਸ ਤੋਂ ਕੁਝ ਮਿੰਟ ਪਹਿਲਾਂ ਕਿ ਜਿਹੜੇ ਲੋਕ ਆਏ ਨੇ ਇਹ ਗਲਤ ਅਨਸਰ ਨੇ ਔਰ ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ, ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਸਕਦਾ ਹੈ, ਪਰ ਸ਼ਾਇਦ ਇੰਨਾ ਜ਼ਿਆਦਾ ਨਹੀਂ ਸੋਚਿਆ ਹੋਵੇਗਾ ਸਿੱਧੂ ਮੂਸੇਵਾਲਾ ਤੇ ਉਹਨਾਂ ਦੇ ਦੋਸਤਾਂ ਨੇ ਕਿ ਇੰਨਾ ਜ਼ਬਰਦਸਤ ਹਮਲਾ ਹੋਏਗਾ ਔਰ ਇਸ ਤਰੀਕੇ ਦੇ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਏਗਾ। ਸਿੱਧੂ ਨੇ ਉੱਥੇ ਸਲੋ ਕਰਕੇ ਗੱਡੀ ਬਰਨਾਲੇ ਵਾਲੇ ਪਾਸੇ ਨੂੰ ਮੋੜੀ, ਤਾਂ ਗੱਡੀ ਨੂੰ ਬਰਾਬਰ ਉਹਨਾਂ ਨੇ ਇੱਕਦਮ ਬਰਾਬਰ ਲਾ ਕੇ ਟਾਇਰ 'ਚ ਗੋਲੀਆਂ ਮਾਰੀਆਂ। ਪਹਿਲੀਆਂ ਗੋਲੀਆਂ ਉਹਨਾਂ ਨੇ ਟਾਇਰ 'ਚ ਮਾਰੀਆਂ, ਸਿੱਧੂ ਦੇ ਨਹੀਂ ਮਾਰੀਆਂ, ਨਹੀਂ ਟਾਇਰਾਂ 'ਚ ਵੱਜੀ ਆ। ਤਾਂ ਜਦੋਂ ਗੱਡੀ ਅੱਗੇ ਨਾ ਜਾ ਸਕੇ, ਹਾਂ ਜਦੋਂ ਟਾਇਰ 'ਚ ਗੋਲੀ ਵੱਜੀ ਤਾਂ ਸਿੱਧੂ ਅਲਰਟ ਹੋਇਆ। ਸਿੱਧੂ ਨੇ ਆਪਦਾ ਜਿਹੜਾ ਵੀ ਉਹਦੇ ਕੋਲੇ ਵੈਪਨ ਸੀ 45 ਬੋਰ, ਤਾਂ ਉਹਨੇ ਵੈਪਨ ਦੇ ਨਾਲ ਅਲਰਟ ਹੋ ਕੇ ਫਾਇਰ ਵੀ ਕੀਤੇ ਆ ਵੀ ਸ਼ਾਇਦ ਕੋਈ ਡਰ ਜੇ, ਵੀ ਫਾਇਰ ਉਦੋਂ ਬਿਲਕੁਲ ਬਰਾਬਰ ਸੀ ਫਾਇਰ ਹੋਏ ਆ। ਤਾਂ ਫਾਇਰ ਸਿੱਧੂ ਨੇ ਫਾਇਰ ਕੀਤਾ ਜਦੋਂ ਦੀ ਟਾਇਰ ਤੇ ਗੱਡੀ ਦੇ ਟਾਇਰ ਤੇ ਲੱਗੀ, ਫਿਰ ਸਿੱਧੂ ਨੇ ਫਾਇਰ ਕੀਤੇ, ਸਿੱਧੂ ਨੇ ਅੱਗੋਂ ਫਾਇਰ ਕੀਤਾ। ਕਿੰਨੇ ਫਾਇਰ ਕੀਤੇ? 2 ਫਾਇਰ ਹੀ ਹੋਏ ਆ ਕਿਉਂਕਿ ਉਹਦੇ ਕੋਲੇ ਕਾਰਤੂਸ ਹੀ 2 ਸੀ, ਕਾਰਤੂਸ 2 ਸੀ, ਪੂਰੀ ਭਰੀ ਨਹੀਂ ਹੋਈ ਸੀ। ਨਹੀਂ 2 ਹੀ ਸੀਗੇ ਉਹਦੇ ਚ, 2 ਫਾਇਰ ਹੋਇਆ। ਜਦੋਂ ਫਾਇਰ ਹੋਇਆ ਤਾਂ ਫਿਰ ਉਹਨਾਂ ਨੇ ਗੱਡੀ ਇੱਕਦਮ ਅੱਗੇ ਕੱਢ ਲਈ ਕਹਿੰਦੇ, ਫਿਰ ਕੱਢ ਕੇ ਦੁਬਾਰੇ 2 ਫਾਇਰ ਹੋਏ ਉਹਨਾਂ ਦੀ ਗੱਡੀ ਤੇ ਲੱਗਾ। ਨਹੀਂ ਉਹ ਸਿੱਧੂ ਨੇ ਇਹ ਸੀਗਾ ਨਾ ਵੀ ਇਹ ਜਿਹੜੇ ਬੰਦੇ ਹੈਗੇ ਇੱਕ ਵਾਰੀ ਡਰਾਮਾ ਵੀ ਮੇਰੇ ਕੋਲੇ 20 ਰਿਵਾਲਵਰ ਹੈ, ਮੇਰੇ ਕੋਲੇ ਵੈਪਨ ਹੈ। ਸਿੱਧੂ ਨੇ ਹਵਾ 'ਚ ਉੱਪਰ ਫਾਇਰ ਕੀਤਾ, ਸਿੱਧੂ ਨੇ ਫਾਇਰ ਕੀਤਾ ਕਿਉਂਕਿ ਤੁਸੀਂ ਵੇਖੋਗੇ ਜਿਹੜੇ ਪਾਸੇ ਸਿੱਧੂ ਚਲਾ ਕੇ ਜਾ ਰਿਹਾ ਹੈਗਾ ਉਹ ਓਵਰਟੇਕ ਤਾਂ ਦੂਜੀ ਸਾਈਡ ਕਰ ਰਹੇ ਸੀ ਨਾ ਜਦੋਂ ਫਾਇਰ ਹੋਇਆਗਾ। ਤਾਂ ਸਿੱਧੂ ਨੇ ਲੱਗਿਆ ਵੀ ਇੱਕ ਵਾਰੀ ਡਰਾਮਾ ਵੀ ਡਰਨਗੇ ਵੈਪਨ ਆ, ਬਟ ਉਹ 2 ਹੀ ਉਹਦੇ ਕੋਲੇ। ਸਿੱਧੂ ਨੇ ਮਾਈਂਡ 'ਚ ਇਹ ਸੀਗਾ ਵੀ ਮੇਰਾ ਵੈਪਨ ਫੁੱਲ ਲੋਡ ਆ, ਜਿਹੜੀ ਮੇਨ ਗੱਲ ਆ। ਪਰ ਜਦੋਂ ਫੇਰ ਫਾਇਰ ਨਾ ਹੋਇਆ ਉਸ ਟਾਈਮ ਜਦੋਂ ਫਾਇਰ ਹੋਇਆ ਅੱਗੇ ਲੰਘ ਗਈ ਗੱਡੀ, ਤਾਂ ਜਦੋਂ ਫਾਇਰ ਨਾ ਹੋਇਆ ਉਹਨਾਂ ਨੇ ਅੱਗੋਂ ਗੱਡੀ ਫੇਰ ਰੋਕ ਕੇ ਫਿਰ ਉਤਰ ਕੇ ਕਹਿੰਦੇ ਵੀ ਫਿਰ ਤਾਂ ਨਾ ਸਾਨੂੰ ਨਹੀਂ ਪਤਾ ਲੱਗਾ ਜਿਵੇਂ ਧੂਆਂ ਨਹੀਂ ਉੱਠਦਾ ਹੁੰਦਾ, ਇੱਕਦਮ ਇੰਨਾ ਵੈਪਨ ਦਾ ਇੰਨੇ ਜ਼ੋਰ ਦੀ ਗੋਲੀਬਾਰੀ ਹੋਈ ਆ। ਕਿੰਨੀ ਜ਼ਬਰਦਸਤ ਫਾਇਰਿੰਗ ਹੋਈ ਹੈ ਕਿ ਦੋਸਤ ਕਹਿ ਰਹੇ ਨੇ ਕਿ ਜਦੋਂ ਫਾਇਰਿੰਗ ਹੋਈ ਤਾਂ ਲੱਗਿਆ ਕਿ ਗੱਡੀ ਦੇ ਵਿੱਚ ਜਿਵੇਂ ਧੂਆਂ ਹੀ ਧੂਆਂ ਹੋ ਗਿਆ, ਇੰਨੀ ਜ਼ਬਰਦਸਤ ਫਾਇਰਿੰਗ ਹੋਈ। ਪਰ ਇਸ ਪੂਰੇ ਮਾਮਲੇ ਦੇ ਵਿੱਚ ਜੁੜੀ ਇੱਕ ਹੋਰ ਵੱਡੀ ਖਬਰ ਦੱਸਦੇ ਹਾਂ, ਇੱਕ ਹੋਰ ਵੱਡਾ ਖੁਲਾਸਾ ਜੋ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਵੱਲੋਂ ਜੋ ਜ਼ਖਮੀ ਹੋਏ ਨੇ, ਸਿੱਧੂ ਦੇ ਨਾਲ ਗੱਡੀ 'ਚ ਸਵਾਰ ਸੀ, ਤੇ ਉਹਨਾਂ ਨੇ ਕਿਹਾ ਕਿ ਕਰੋਲਾ ਗੱਡੀ ਵਾਲਿਆਂ ਨੇ ਪਹਿਲਾਂ ਫਾਇਰਿੰਗ ਕੀਤੀ ਹੈ, ਬਲੈਰੋ ਗੱਡੀ ਬਾਰੇ ਸਾਨੂੰ ਪਤਾ ਹੀ ਨਹੀਂ ਸੀ, ਹਾਈਟੈਕ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ।
ਥਾਰ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ ਸੀ। ਇੱਕ ਵਾਰ ਫਾਇਰਿੰਗ ਬੰਦ ਹੋਣ ਤੇ ਮੁੜ ਤੋਂ ਫਾਇਰਿੰਗ ਕੀਤੀ ਗਈ। ਸਿੱਧੂ ਦੀ ਮੌਤ ਹਮਲਾਵਰਾਂ ਨੇ ਯਕੀਨ ਨਹੀਂ ਕੀਤੀ। ਕਰੀਬ 2 ਮਿੰਟ ਤੱਕ ਫਾਇਰਿੰਗ ਹੁੰਦੀ ਰਹੀ ਔਰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਵੱਡਾ ਖੁਲਾਸਾ ਹੈ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹੋਇਆ ਕਿ ਜਦੋਂ ਅੰਡਰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਕਰੋਲਾ ਗੱਡੀ ਦੇ ਵਿੱਚੋਂ ਪਹਿਲਾਂ ਫਾਇਰ ਕੱਢੇ ਜਾਂਦੇ ਨੇ ਔਰ ਸਿੱਧੂ ਮੂਸੇਵਾਲਾ ਦੀ ਥਾਰ ਦੇ ਟਾਇਰਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਟਾਇਰਸ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਗੱਡੀ ਉੱਥੇ ਰੁਕਦੀ ਹੈ। ਸਿੱਧੂ 2 ਫਾਇਰ ਕੱਢਦੇ ਨੇ ਤਾਂ ਫਿਰ ਕਰੋਲਾ ਦੇ ਵਿੱਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਵਿਚਾਲੇ ਫਿਰ ਬਲੈਰੋ ਪਹੁੰਚਦੀ ਹੈ ਜਿਸ ਦੇ ਵਿੱਚੋਂ ਨਿਕਲ ਕੇ ਫਾਇਰਿੰਗ ਕਰਦੇ ਨੇ ਬਦਮਾਸ਼। ਤੇ ਇਹ ਵੀ ਦੱਸਿਆ ਗਿਆ ਸਿੱਧੂ ਦੇ ਦੋਸਤਾਂ ਦੇ ਵੱਲੋਂ ਕਿ ਤਾਬੜਤੋੜ ਫਾਇਰਿੰਗ ਕੀਤੀ ਗਈ, ਜ਼ਬਰਦਸਤ ਫਾਇਰਿੰਗ ਸੀ। ਤੇ ਜਿਹੜਾ ਪਿੱਛੇ ਬੈਠਾ ਸੀ ਗੁਰਵਿੰਦਰ ਸਿੱਧੂ ਦਾ ਦੋਸਤ, ਉਹ ਕਿਉਂਕਿ ਸਿੱਧੂ ਦੀ ਸੀਟ ਔਰ ਜਿਹੜੀ ਪਿਛਲੇ ਵਾਲੀ ਸੀਟ ਹੈ ਥਾਰ ਦੀ ਉਹਦੇ ਵਿਚਾਲੇ ਹੇਠਾਂ ਡਿੱਗ ਗਿਆ ਸੀ। ਉਸਨੇ ਆਪਣੇ ਆਪ ਨੂੰ ਸੇਵ ਕਰਨ ਦੇ ਲਈ ਸਿਰ ਨੀਚੇ ਕਰ ਲਿਆ ਤਾਂ ਉਹਨੇ ਕਿਹਾ ਕਿ ਜਦੋਂ ਕੁਝ ਸੈਕਿੰਡ ਬਾਅਦ ਫਾਇਰਿੰਗ ਰੁਕੀ ਤਾਂ ਉਸ ਨੂੰ ਲੱਗਿਆ ਕਿ ਹੁਣ ਗੋਲੀਬਾਰੀ ਰੁਕ ਗਈ ਹੈ। ਉਸਨੇ ਦੁਬਾਰਾ ਸਿਰ ਉੱਪਰ ਚੱਕ ਕੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੁਬਾਰਾ ਤਾਬੜਤੋੜ ਫਾਇਰਿੰਗ ਸ਼ੁਰੂ ਹੋ ਗਈ। ਇਹ ਵੀ ਦੱਸਦੇ ਨੇ ਸਿੱਧੂ ਦੇ ਦੋਸਤ ਕਿ ਫਾਇਰਿੰਗ ਕਰਨ ਤੋਂ ਬਾਅਦ ਜਿਹੜੇ ਹਮਲਾਵਰ ਸੀ ਵਾਪਸ ਆਏ ਸਿੱਧੂ ਦੇ ਕੋਲ ਯਕੀਨੀ ਕਰਨ ਦੇ ਲਈ ਕਿ ਸਿੱਧੂ ਬਚਿਆ ਤਾਂ ਨਹੀਂ, ਤਾਂ ਉਦੋਂ ਵੀ ਦੁਬਾਰਾ ਫਾਇਰਿੰਗ ਕੀਤੀ ਗਈ ਸਿੱਧੂ ਮੂਸੇਵਾਲਾ ਦੇ ਉੱਤੇ। ਬਲੈਰੋ ਵਾਲੇ ਨੇ ਫਾਇਰ ਕੀਤੇ ਜਾਂ ਕਰੋਲਾ ਵਾਲੇ ਨੇ ਫਾਇਰ? ਕਰੋਲਾ ਵਾਲੇ ਨੇ ਅੰਦਰ ਤੋਂ ਫਾਇਰ ਕੀਤੇ। ਹਾਂਜੀ ਕਰੋਲਾ ਵਾਲਿਆਂ ਨੇ। ਬਲੈਰੋ ਤਾਂ ਫਿਰ ਬਾਅਦ ਚ ਆਉਂਦੀ ਹੈ ਨਾ, ਨਾਲ ਹੀ ਆਉਂਦੀ ਹੈ ਬਲੈਰੋ, ਥੋੜਾ ਟਾਈਮ ਬਾਅਦ ਚ ਆਉਂਦੀ ਹੈ। ਫਾਇਰਿੰਗ ਤਾਂ ਕਰੋਲਾ ਵਾਲਿਆਂ ਨੇ ਕਰਕੇ ਗੱਡੀ ਰੋਕ ਲਈ ਸੀ। ਅੱਛਾ। ਬਲੈਰੋ ਔਰ ਇਹ ਵੀ ਜਾਣਕਾਰੀ ਹੈ ਕਿ ਬੋਨਟ ਤੇ ਵੀ ਚੜ ਗਏ ਸੀਗੇ ਜਾਂ ਫਾਇਰਿੰਗ ਸਿਰਫ ਸਿੱਧੂ ਵਾਲੇ ਪਾਸੇ ਹੋ ਰਹੀ? ਮੈਂ ਇਹ ਗੱਲ ਵੀ ਪੁੱਛੀ ਵੀ ਉਹ, ਮੈਂ ਇਹ ਸਪੈਸ਼ਲੀ ਪੁੱਛਿਆ ਵੀ ਉਹਨਾਂ ਨੇ ਮਾਰੀ। ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਉਹ ਤੇ ਚੜੇ ਕਿੰਨਾ, ਕਿਉਂਕਿ ਅਸੀਂ ਤਾਂ ਡਿੱਗ ਪਿਆ। ਉਹ ਪਿਛਲਾ ਗੁਰਵਿੰਦਰ ਡਿੱਗ ਪਿਆ ਤੇ ਜਿਹੜਾ ਗੁਰਪ੍ਰੀਤ ਆ, ਜਦੋਂ ਸਿੱਧੂ ਦੇ ਬਹੁਤ ਜ਼ਿਆਦਾ ਗੋਲੀਆਂ ਵੱਜੀਆਂ ਤਾਂ ਜਿਹੜਾ ਹੈਗਾ ਸਿੱਧੂ ਗੁਰਪ੍ਰੀਤ ਦੇ ਵਾਲੀ ਪਾਸੇ ਨੂੰ ਝੋਲੀ ਡਿੱਗ ਗਿਆ, ਝੋਲੀ ਬੁੱਕਲ ਚ ਡਿੱਗ ਪਿਆ ਸੀਗਾ। ਤੇ ਇਸੇ ਕਰਕੇ ਜਿਹੜੀਆਂ ਸਿੱਧੂ ਦੇ ਗੋਲੀਆਂ ਜ਼ਿਆਦਾ ਲੱਗੀਆਂ, ਗੁਰਪ੍ਰੀਤ ਤੇ ਵੀ ਲੱਗੀਆਂ ਨੇ। ਟਾਰਗੇਟ ਸਿੱਧੂ ਹੀ ਸੀ, ਦੋਸਤ ਕੋਈ ਟਾਰਗੇਟ ਨਹੀਂ। ਇਹ ਉਹਨਾਂ ਨੂੰ ਬਿਲਕੁਲ ਪਤਾ ਸੀ ਕਿ ਸਿੱਧੂ ਹੀ ਡਰਾਈਵ ਕਰ ਰਿਹਾ ਤੇ ਸਿੱਧੂ ਹੀ ਟਾਰਗੇਟ ਸੀ। ਸਾਰੀਆਂ ਗੋਲੀਆਂ ਸਿੱਧੂ ਤੇ ਲਾਈਆਂ। ਉਹਨਾਂ ਨੇ ਇੱਕ ਗੱਲ ਹੋਰ ਦੱਸੀ ਹੈ ਮੈਨੂੰ ਪਿੱਛੋਂ ਗੁਰਵਿੰਦਰ ਨੇ, ਕਿ ਕਹਿੰਦਾ ਜਦੋਂ ਮੇਰੇ ਗੋਲੀ ਲੱਗੀ ਮੈਂ ਡਿੱਗ ਪਿਆ ਤੇ ਬਾਈ ਜਦੋਂ ਗੁਰਪ੍ਰੀਤ ਦੀ ਬੁੱਕਲ ਚ ਡਿੱਗ ਪਿਆ ਤੇ ਇੱਕ ਵਾਰੀ ਗੋਲੀ ਬੰਦ ਹੋ ਗਈ, ਬਿਲਕੁਲ ਬੰਦ ਹੋ ਗਈ ਤਾਂ ਮੈਂ ਸਿਰ ਚੱਕਿਆ। ਮੈਂ ਦੇਖਿਆ ਕਿ ਬਾਈ ਲਹੂ ਲੁਹਾਣਾ ਵੀ, ਬਾਈ ਇਸ ਪਾਸੇ ਸਿੱਧਿਆ ਵੀ, ਬਾਈ ਠੀਕ ਆ। ਇੰਨਾ ਚੱਕਣ ਦੀ ਦੇਰ ਸੀ ਕਹਿੰਦਾ ਵੀ ਮੈਨੂੰ ਪਤਾ ਲੱਗਾ ਕਿਉਂਕਿ ਫੇਰ ਤੁਰਿਆ ਆਉਂਦੇ ਸੀ ਉਹ, ਦੁਬਾਰਾ ਫੇਰ ਫਾਇਰਿੰਗ ਕਰੀ ਆ। ਫੇਰ ਕਹਿੰਦਾ ਮੈਂ ਉਵੇਂ ਫੇਰ ਡਿੱਗ ਪਿਆ। ਦੁਬਾਰੇ ਤਸੱਲੀ ਕਰਕੇ ਗਏ ਆ, ਦੁਬਾਰੇ ਕਰਕੇ ਗਏ ਕਿ ਸਿੱਧੂ ਦੇ ਸਾਹ ਚੱਲਦੇ ਪਏ, ਦੁਬਾਰਾ ਆਏ ਕਿ ਸਿੱਧੂ ਬਚ ਨਾ ਜਾਵੇ। ਇਹ ਇਸ ਕੰਮ ਦੇ ਵਿੱਚ 1-2 ਮਿੰਟ ਲੱਗਿਆ ਜਦੋਂ ਦੁਬਾਰੇ ਫੇਰ ਆਇਆ। ਤਾਂ ਇੱਕ ਹੋਰ ਆ ਵੀ ਦੇਖੋ ਪਬਲਿਕ ਉੱਥੇ ਇੱਕ ਡਰ ਵੀ ਜਾਂਦੀ ਆ ਤੇ ਇੱਕ ਉਹਨਾਂ ਨੇ ਹੋਰ ਵੀ ਕਿਹਾ ਕਿ ਸਾਨੂੰ 20 ਮਿੰਟ ਤੱਕ ਕਿਸੇ ਨੇ ਉੱਥੇ ਕੱਢੇ ਹੀ ਨਹੀਂ। ਮੇਰੀ ਮੈਂ ਉੱਥੇ ਚਸ਼ਮਦੀਦ ਸੀਗੇ, ਮੇਰੇ ਨਾਲ ਗੱਲਬਾਤ ਹੋ ਰਹੀ ਸੀ। ਉਹ ਕਹਿ ਰਹੇ ਸੀਗੇ 20-22 ਮਿੰਟ ਲੱਗ ਗਏ। ਅਸੀਂ ਕੋਸ਼ਿਸ਼ ਕਰ ਰਹੇ ਸੀ, ਕਿਸੇ ਨੇ ਕਾਰ ਨਹੀਂ ਰੋਕੀ, ਕਾਰ ਵੀ ਨਹੀਂ ਰੋਕੀ, ਕਿਸੇ ਨੇ 7-8 ਕਾਰਾਂ ਉਹ ਨਿਕਲ ਗਈਆਂ, ਕਿਸੇ ਨੇ ਕਾਰ ਨਹੀਂ ਰੋਕੀ। 20-22 ਮਿੰਟ ਇਦਾਂ ਨਿਕਲ ਗਏ ਸੀ। ਇੱਕ ਦਹਿਸ਼ਤ ਵੀ ਇੰਨੀ ਪੈ ਗਈ ਸੀ, ਕੋਈ ਰੁਕਿਆ ਵੀ ਨਹੀਂ। ਜਿਹੜੇ ਖੜੇ ਸੀ ਇੱਕ ਉਹਦੀ ਜਿਹੜੀ ਕਿੰਨੀ ਕੁ ਫਾਇਰਿੰਗ ਹੋਈ ਸੀ? 40-50 ਗੋਲੀਆਂ, ਕਿੰਨੀ ਕੁ ਫਾਇਰਿੰਗ ਹੋਈ? ਕਹਿੰਦੇ ਵੀ 30-40 ਰਾਉਂਡ ਵੀ, ਜਿਵੇਂ ਬਿਲਕੁਲ ਜਿਵੇਂ ਨਹੀਂ ਆਪਾਂ ਦੀਵਾਲੀ ਵੇਲੇ ਇੱਕ ਲੜੀ ਨੂੰ ਅੱਗ ਨਹੀਂ ਲਾ ਦਿੰਦੇ ਪਟਾਕੇ ਦੇ, ਇਸ ਤਰ੍ਹਾਂ ਫਾਇਰਿੰਗ ਹੋਈ ਆ। ਤਾਂ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਿਨ ਕੀ ਕੁਝ ਵਾਪਰਿਆ, ਉਸ 30 ਮਿੰਟ ਦੇ ਵਿੱਚ ਕੀ ਕੁਝ ਵਾਪਰਿਆ। ਗੱਡੀ ਦਾ ਪਿੱਛਾ ਕਰ ਰਹੀ ਸੀ ਸਿੱਧੂ ਤੇ ਉਸਦੇ ਸਾਥੀਆਂ ਨੂੰ ਪਤਾ ਸੀ, ਪਰ ਪਹਿਲਾਂ ਲੱਗਿਆ ਕਿ ਇਹ ਫੈਨਸ ਨੇ। ਆਮ ਤੌਰ ਤੇ ਸਿੱਧੂ ਦੇ ਪਿੱਛੇ ਜਾਂਦੇ ਸੀ ਫੈਨਸ ਤਾਂ ਕਿ ਫੋਟੋ ਖਿਚਵਾਈ ਜਾ ਸਕੇ, ਪਰ ਜਦੋਂ ਪਤਾ ਲੱਗਿਆ ਕਿ ਨਹੀਂ ਇਹ ਫੈਨਸ ਨਹੀਂ ਬਲਕਿ ਕੋਈ ਗਲਤ ਆਨਸਰ ਨੇ, ਪਰ ਉਸ ਸਮੇਂ ਤੱਕ ਬਚਾਅ ਦਾ ਮੌਕਾ ਸਿੱਧੂ ਕੋਲ ਜ਼ਿਆਦਾ ਨਹੀਂ ਸੀ। ਨਾ ਬੁਲਟ ਪ੍ਰੂਫ ਗੱਡੀ ਸੀ, ਨਾ ਨਾਲ ਗਨਮੈਨ ਸੀ ਤੇ ਉਸ ਤੋਂ ਬਾਅਦ ਜਿਹੜੀ ਪਿਸਤੌਲ ਵੀ ਸਿੱਧੂ ਦੇ ਕੋਲ ਸੀ ਉਸ ਦੇ ਵਿੱਚ ਵੀ ਸਿਰਫ 2 ਹੀ ਗੋਲੀਆਂ ਸੀ। ਉਸ ਦਾ ਇਸਤੇਮਾਲ ਵੀ ਸਿੱਧੂ ਨੇ ਕੀਤਾ ਉਹਨਾਂ ਨੂੰ ਡਰਾਉਣ ਦੇ ਲਈ, ਪਰ ਉਹ ਬਹੁਤ ਧਾਰ ਕੇ ਆਏ ਹੋਏ ਸੀ ਕਿ ਸਿੱਧੂ ਨੂੰ ਟਾਰਗੇਟ ਕਰਨਾ ਹੈ। ਮੂਸੇਵਾਲਾ ਕਤਲकांड ਦੇ ਵਿੱਚ ਨਵੇਂ ਖੁਲਾਸੇ ਹੋਏ ਨੇ ਤੇ ਇੱਕ ਨਵੀਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਿੱਧੂ ਦੀ ਥਾਰ ਦਾ ਕਰੋਲਾ ਅਤੇ ਬਲੈਰੋ ਪਿੱਛਾ ਕਰ ਰਹੀਆਂ ਨੇ ਵਾਰਦਾਤ ਤੋਂ ਕਰੀਬ 8 ਮਿੰਟ ਪਹਿਲਾਂ। ਤੇ ਇਹ ਸੀਸੀਟੀਵੀ ਹੈ ਵਾਰਦਾਤ ਤੋਂ 8 ਮਿੰਟ ਪਹਿਲਾਂ ਦੀ। ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਐਤਵਾਰ ਸ਼ਾਮ 5:21 ਦੇ ਉੱਤੇ 1 ਸੈਕਿੰਡ ਤੇ ਮੂਸੇਵਾਲਾ ਦੀ ਥਾਰ ਉਸ ਚੌਂਕ ਦੇ ਵਿੱਚੋਂ ਲੰਘਦੀ ਹੈ ਤੇ ਪੂਰੇ 20 ਸੈਕਿੰਡ ਬਾਅਦ ਹੀ ਤੇਜ਼ ਯਾਨੀ 5:21 ਤੇ 21 ਸੈਕਿੰਡ ਦੇ ਉੱਤੇ ਕਰੋਲਾ ਲੰਘਦੀ ਹੈ ਤੇ ਉਸ ਤੋਂ ਬਾਅਦ ਬਲੈਰੋ ਕਾਰ ਵੀ ਇਸ ਕੈਮਰੇ ਦੇ ਵਿੱਚ ਨਜ਼ਰ ਆਉਂਦੀ ਹੈ। ਬਲੈਰੋ ਦੇ ਸ਼ੀਸ਼ੇ ਬਲੈਕ ਨੇ ਜਿਸ ਤੋਂ ਕੁਝ ਪਤਾ ਨਹੀਂ ਲੱਗ ਸਕਦਾ ਕਿ ਅੰਦਰ ਕੌਣ ਨੇ ਅਤੇ ਕਿਹੜੇ ਹਥਿਆਰ ਨੇ। ਉਧਰ ਤਸਵੀਰਾਂ ਦੇ ਵਿੱਚੋਂ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਕਿ ਮੂਸੇਵਾਲਾ ਦੀ ਥਾਰ ਦੇ ਸ਼ੀਸ਼ੇ ਵੀ ਕਾਲੇ ਨੇ। ਇਸ ਤੋਂ ਸਾਫ਼ ਹੈ ਕਿ ਮੂਸੇਵਾਲਾ ਦੀ ਪੂਰੀ ਰੇਕੀ ਕੀਤੀ ਗਈ। ਕਿ ਮੂਸੇਵਾਲਾ ਖੁਦ ਥਾਰ ਚਲਾ ਰਿਹਾ ਹੈ ਜਾਂ ਕੋਈ ਹੋਰ। ਕੁਝ ਹੋਰ ਇਸ ਤਰ੍ਹਾਂ ਦੇ ਸਵਾਲ ਵੀ
ਇਹ ਸੀਸੀਟੀਵੀ ਜ਼ਰੂਰ ਖੜੇ ਕਰ ਰਹੀ ਹੈ। ਤਾਂ ਕਰੀਬ 8 ਮਿੰਟ ਪਹਿਲਾਂ ਦੀ ਇਹ ਸੀਸੀਟੀਵੀ ਆਈ ਹੈ, ਯਾਨੀ ਕਿ ਬਹੁਤ ਪਿੱਛੇ ਤੋਂ ਹੀ ਪਿੱਛਾ ਇਹ ਗੱਡੀਆਂ ਸਿੱਧੂ ਮੂਸੇਵਾਲਾ ਦਾ ਪਿੱਛਾ ਕਰਦੀਆਂ ਆ ਰਹੀਆਂ ਸੀ। ਉਹਦਾ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਵਿਰੋਧੀ NIA ਜਾਂਚ ਦੀ ਮੰਗ ਕਰ ਰਹੇ ਨੇ। ਹਾਲੇ ਤੱਕ ਸਿੱਧੂ ਦੇ ਸਿਵੇ ਦੀ ਅੱਗ ਠੰਡੀ ਨਹੀਂ ਹੋਈ ਤੇ ਇੱਥੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸ ਨੇ ਰਾਜਪਾਲ ਦੇ ਨਾਲ ਮਿਲ ਕੇ NIA ਜਾਂਚ ਦੀ ਮੰਗ ਕੀਤੀ ਅਤੇ DGP ਦੀ ਜਵਾਬਦੇਹੀ ਤੈਅ ਕਰਨ ਦੀ ਵੀ ਮੰਗ ਰੱਖੀ ਗਈ ਤੇ ਸੁਰੱਖਿਆ ਹਟਾਉਣ ਨੂੰ ਲੈ ਕੇ ਵੀ ਮਾਨ ਸਰਕਾਰ ਨੂੰ ਘੇਰਿਆ ਗਿਆ। ये मंग करके आए हैं कि एक NIA ਦੀ ਇਨਕੁਆਰੀ ਹੋਣੀ ਚਾਹੀਦੀ ਹੈ। ਜਿਹੜੇ ਆਫੀਸਰਾਂ ਨੇ ਕੁਤਾਈ ਕੀਤੀ ਔਰ ਬਿਨਾ ਫਾਈਲਾਂ ਚੈੱਕ ਕੀਤੇ ਵਾਪਸ ਉੱਤੇ FIR ਦਰਜ ਹੋਣੀ ਚਾਹੀਦੀ ਹੈ। ਡੀਜ਼ਲ ਤੋਂ ਬਿਨਾ ਕਿਸੇ ਦੀ ਸਿਕਿਉਰਿਟੀ ਵਾਪਸ ਲਈ ਨਹੀਂ ਜਾ ਸਕਦੀ। ਅਸੀਂ ਇਹ ਵੀ ਗੱਲ ਕਹੀ ਹੈ ਕਿ ਥੋੜਾ ਜਿਹਾ ਸਟੱਡੀ ਕਰੋ ਕਿ ਕੇਜਰੀਵਾਲ ਸਾਹਿਬ ਜਿਹੜੇ ਦੇ ਆਕਾ ਨੇ ਭਗਵੰਤ ਮਾਨ ਜੀ ਦੇ, ਇਹਨਾਂ ਨੂੰ ਕਿਸ ਕੈਪੈਸਿਟੀ 'ਚ ਇੱਥੋਂ 90 ਬੰਦੇ ਦਿੱਤੇ ਗਏ ਜਾਂ 82 ਬੰਦੇ। ਰਾਘਵ ਚੱਡਾ ਜੀ, ਇਹ ਸਭ ਬਾਕੀ ਦੇ ਸਾਰਿਆਂ ਦੀ ਕੈਟੇਗਰੀ ਇੱਕ ਬਣਾਓ। ਬੀਜੇਪੀ ਨੇ ਵੀ ਮੂਸੇਵਾਲਾ ਕਤਲकांड ਦੇ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਤੇ ਮੂਸੇਵਾਲਾ ਤੇ ਕਾਤਲ ਦਿੱਲੀ 'ਚ ਬੈਠੇ ਹੋਣ ਦਾ ਇਲਜ਼ਾਮ ਲਗਾਇਆ। ਮੂਸੇਵਾਲਾ ਦਾ ਅਸਲੀ ਕਾਤਲ ਦਿੱਲੀ ਤੋਂ ਰਿਪੋਰਟ ਨਾਲ ਚਲਾਉਣ ਵਾਲੇ ਵਿਅਕਤੀ ਵਾਲੇ ਮਾਮਲੇ ਇਹਨਾਂ ਨੂੰ ਪੰਜਾਬੀਆਂ ਦੀ ਸੁਰੱਖਿਆ ਦੀ ਚਿੰਤਾ ਨਹੀਂ, ਪੰਜਾਬ ਦੇ ਅਮਨ ਤੇ ਸ਼ਾਂਤੀ ਦੀ ਚਿੰਤਾ ਨਹੀਂ ਹੈ। ਵਿਰੋਧੀਆਂ ਦੇ ਹਮਲਾਵਰ ਰੁਖ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ ਹੈ। ਮੈਨੂੰ ਲੱਗਦਾ ਕਿ ਕਿਸੇ ਦੇ ਨੌਜਵਾਨ ਦੇ ਪੁੱਤ ਦੀ ਲਾਸ਼ ਦੇ ਉੱਤੇ ਸਿਆਸਤ ਕਰਨੀ ਬਹੁਤ ਮਾੜੀ। ਤਾਂ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਬਹੁਤ ਸਾਰੇ ਖੁਲਾਸੇ ਹੋ ਰਹੇ ਨੇ ਤੇ ਸਿੱਧੂ ਦੀ ਮੌਤ ਦੇ ਪਿੱਛੋਂ ਮਾਪੇ ਭਾਵੁਕ ਨੇ। ਮਾਪਿਆਂ ਨੇ ਸਿੱਧੂ ਦੀ ਮੌਤ ਦਾ ਜ਼ਿੰਮੇਵਾਰ ਸਰਕਾਰ ਨੂੰ ਦੱਸਿਆ। ਸਿੱਧੂ ਦਾ ਸੰਸਕਾਰ ਕਰਨ ਤੋਂ ਬਾਅਦ ਮਾਪੇ ਜਦੋਂ ਘਰ ਪਹੁੰਚੇ ਤਾਂ ਉਸ ਸਮੇਂ ਵੀ ਭਾਵੁਕ ਮਾਹੌਲ ਸੀ। ਮਾਪਿਓ ਨੇ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਤੇ ਕਿਹਾ ਕਿ ਸਰਕਾਰ ਨੇ ਸਾਡਾ ਪੁੱਤ ਮਰਵਾਇਆ ਹੈ। ਸਰਕਾਰ ਨੂੰ ਸ਼ਾਂਤੀ ਮਿਲ ਜੂ। ਹਾਲੇ ਕੁਝ ਮੈਂ ਜਿਹੜਾ ਆ ਲੇਟ ਹੋ ਗਿਆ, ਕੁਝ ਅਫਸਰਾਂ ਨੇ ਅਧੂਰੀ ਜਾਣਕਾਰੀ ਦਿੱਤਾ, ਕਿਸੇ ਨੇ ਸਾਡਾ ਕੇਸ ਲੈਣ ਵਾਲਾ ਫੇਰ ਕਰਦਾ। ਮੈਂ ਤੁਹਾਨੂੰ ਗੈਸਟ ਜੀ ਨਾ ਮੈਂ ਆਪਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਫੌਜ ਚੁਕਾਇਆ। ਮੈਂ ਇਸ ਵਿੱਚ ਜ਼ਿਆਦਾ ਸਿੱਖਿਆ ਨਹੀਂ ਸੀ ਪਰ ਉਹ ਤੋਂ ਦਾ ਮਤਲਬ ਇਹ ਤੇ ਕਦੀ ਚੱਲਦੀ ਤੇਰੀਆਂ ਦੇ ਰੰਗਾ ਹਸੀਨ ਤੋਂ ਪੁੱਛ ਲਓ, ਅਸੀਂ ਕੱਚੇ ਦੇ ਰਿਕ ਤੱਕ ਕੀ ਅਸੀਂ ਬੜੀ ਮਿਹਨਤ ਕਰੀ ਸੀ, ਬਿਨਾਂ ਸਾਰਾ ਕਰਦਾ ਰਹੂੰਗਾ ਪਰ ਮੇਰਾ ਜਵਾਬ ਸਰਕਾਰ ਨੇ ਮਾਰਿਆ ਹੈ। ਇਹ ਗੱਲ ਨਹੀਂ ਕਰਿਓ। ਸਿਕਿਉਰਿਟੀ ਵਾਪਸ ਲੈਣ ਨੂੰ ਲੈ ਕੇ ਜਿੱਥੇ ਪ੍ਰਸ਼ਾਸਕ ਅਤੇ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਨੇ ਤਾਂ ਉੱਥੇ ਮਾਪਿਆਂ ਨੇ ਸਿਕਿਉਰਿਟੀ ਵਾਪਸ ਲੈਣ ਤੇ ਸਵਾਲ ਪੁੱਛੇ। ਇਹਨੂੰ ਤੁਸੀਂ ਦਲੇਰੀ ਨਾ ਸਮਝੋ, ਤੁਹਾਡੀ ਬੁੱਝਦੀ ਹੈ ਜਿਹੜੇ ਤੁਸੀਂ ਲੋਕਾਂ ਦੇ ਹੀਰੇ ਕਮਾਈ ਜਾਂਦੇ ਹੋ ਮਿੱਟੀ, ਕੁਝ ਨਹੀਂ ਮਿਲਦਾ ਤੁਹਾਨੂੰ ਇਹਨਾਂ ਨੂੰ ਮਾਰ ਕੇ। ਇਹ ਬੰਦ ਕਰ ਦੋ, ਪੰਜਾਬ ਦਾ ਨਾ ਸੱਤਿਆਨਾਸ਼ ਕਰੋ। ਇੱਕ ਸਰਕਾਰ ਨੇ ਵੀ ਜਿਹੜੇ ਇਹ ਗਵਾਹੀ ਜਾਂਦੇ ਹੋ ਤੁਸੀਂ 4 ਬੰਦਿਆਂ ਨਾਲ ਸਾਡੇ ਬੱਚੇ ਦਾ ਫਰਕ ਕਰਨਾ ਛੋੜਾ ਕਰੋ ਪਿਆਨੇ। ਉਧਰ ਮਾਪਿਆਂ ਦਾ ਕਹਿਣਾ ਕਿ ਗੈਂਗਸਟਰਾਂ ਦੇ ਨਾਲ ਸਾਡਾ ਨਾਮ ਵੀ ਜੋੜਿਆ ਗਿਆ। ਤਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਲਈ ਬਹੁਤ ਔਖਾ ਸਮਾਂ ਇਸ ਸਮੇਂ, ਪਰ ਇਸ ਸਭ ਦੇ ਵਿਚਾਲੇ ਸਰਕਾਰ ਦੇ ਉੱਤੇ ਉਂਗਲ ਜਾਂ ਕਹੀਏ ਕਿ ਗੁੱਸਾ ਸਰਕਾਰ ਦੇ ਖਿਲਾਫ ਜ਼ਰੂਰ ਉਹਨਾਂ ਦਾ ਨਜ਼ਰ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਮੰਗਲਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਅਗਲੇ ਦਿਨ ਸਵੇਰ ਸਿੱਧੂ ਮੂਸੇਵਾਲਾ ਦੇ ਫੁੱਲ ਚੁਗੇ ਗਏ ਤੇ ਇਸ ਮੌਕੇ ਉਹਨਾਂ ਦੀ ਮਾਂ ਭਾਵੁਕ, ਬੇहद ਭਾਵੁਕ ਨਜ਼ਰ ਆਈ। ਜਿਸ ਸਮੇਂ ਗੱਗੂ ਪੁੱਤ ਦੇ ਫੁੱਲ ਚੁਗੇ ਜਾ ਰਹੇ ਸਨ ਤਾਂ ਉਸ ਸਮੇਂ ਮਾਂ ਤੋਂ ਹੰਝੂ ਰੋਕੇ ਨਾ ਰੁਕੇ ਤੇ ਆਪਣੇ 6 ਫੁੱਟ ਦੇ ਜਵਾਨ ਪੁੱਤ ਦੀ ਸਵਾ ਬਣੀ ਦੇਖ ਮਾਂ ਦੀਆਂ ਤਾਹਾਂ ਨਿਕਲ ਗਈਆਂ। ਮਾਂ ਨੇ ਰੋਂਦਿਆਂ ਰੋਂਦਿਆਂ ਇਨਸਾਫ ਮੰਗਿਆ ਤੇ ਚਾਹੁਣ ਵਾਲਿਆਂ ਨੂੰ ਵੀ ਕਿਹਾ ਕਿ ਮੇਰੇ ਪੁੱਤ ਨੂੰ ਇਨਸਾਫ ਦਿਵਾਇਆ ਜਾਵੇ।
ਸਾਡੇ ਬੱਚੇ ਦਾ ਫਰਜ਼ ਕਰਨਾ ਛੋੜਾ ਕਰਨਾ ਪਰ ਕਰੋ ਕਰੋ ਇੱਕ ਮੇਰੇ ਫਰਜ਼ ਕਰਨਾ ਅਸਥੀਆਂ ਚੁੱਗੀਆਂ ਗਈਆਂ, ਸਾਰੀਆਂ ਰਸਮਾਂ ਪੂਰੀਆਂ ਹੋਈਆਂ ਤੇ ਅਸਥੀਆਂ ਲੈ ਕੇ ਕੀਰਤਪੁਰ ਸਾਹਿਬ ਪਰਿਵਾਰ ਪਹੁੰਚਿਆ, ਜਿੱਥੇ ਪਿਤਾ ਬਲਕੌਰ ਸਿੰਘ ਨੇ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ। ਤਾਂ ਕੀਰਤਪੁਰ ਸਾਹਿਬ ਦੇ ਵਿੱਚ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਬਹੁਤ ਭਾਵੁਕ ਵੀ ਸਮਾਂ ਪੂਰੇ ਪਰਿਵਾਰ ਤੇ ਪ੍ਰਸ਼ੰਸਕਾਂ ਦੇ ਲਈ। ਕੀਰਤਪੁਰ ਸਾਹਿਬ ਦੇ ਵਿੱਚ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਵਹਾਉਣ ਗਏ ਸਿੱਧੂ ਦੇ ਪਿਤਾ ਨੂੰ ਸਿੱਧੂ ਦੇ ਫੈਨਸ ਵੀ ਮਿਲੇ ਤੇ ਫੈਨਸ ਦਾ ਪਿਆਰ ਦੇਖ ਕੇ ਵੀ ਸਿੱਧੂ ਦੇ ਪਿਤਾ ਮੁੜ ਭਾਵੁਕ ਹੋ ਗਏ ਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਫੈਨਸ ਦਾ ਪਿਆਰ ਕਬੂਲਿਆ। ਦਰਅਸਲ ਰਾਹ ਦੇ ਵਿੱਚ ਹੀ ਸਿੱਧੂ ਦੇ ਫੈਨਸ ਨੇ ਉਹਨਾਂ ਦੇ ਪਿਤਾ ਨੂੰ ਰੋਕਿਆ। ਕਾਰ ਦੇ ਵਿੱਚ ਸਿੱਧੂ ਦੇ ਪਿਤਾ ਸਵਾਰ ਸਨ ਔਰ ਫੁੱਲਾਂ ਦੀ ਉਹਨਾਂ ਦੇ ਉੱਤੇ ਵਰਖਾ ਵੀ ਕੀਤੀ ਗਈ। ਖੈਰ ਮੌਕਾ ਜਿਹਾ ਨਹੀਂ ਹੈ, ਪਰ ਇਹ ਪਿਆਰ ਦੱਸਦਾ ਹੈ ਔਰ ਇਹ ਦੱਸਦਾ ਹੈ ਕਿ ਸਿੱਧੂ ਦੇ ਪ੍ਰਸ਼ੰਸਕ ਕਿੰਨੇ ਤਹਿ ਦਿਲ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਸਨ ਤੇ ਅੱਜ ਪਰਿਵਾਰ ਦੇ ਨਾਲ ਜੋ ਕੁਝ ਵਾਪਰ ਰਿਹਾ ਜਾਂ ਬੀਤ ਰਿਹਾ ਹੈ ਉਸ ਨੂੰ ਉਹਨਾਂ ਦੇ ਫੈਨਸ ਔਰ ਪ੍ਰਸ਼ੰਸਕ ਵੀ ਮਹਿਸੂਸ ਕਰ ਰਹੇ ਨੇ। ਇਸ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਤੁਹਾਡਾ ਸਿੱਧੂ ਚਲਾ ਗਿਆ ਪਰ 100 ਸਿੱਧੂ ਤੁਹਾਡੇ ਲਈ ਹਾਜ਼ਰ ਨੇ, 100 ਸਿੱਧੂ ਤੁਹਾਡੇ ਨਾਲ ਖੜਨਗੇ। ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਇਸ ਦੇ ਵਿੱਚ ਜਿਹੜੀਆਂ ਆਵਾਜ਼ਾਂ ਆ ਰਹੀਆਂ ਨੇ ਜਦੋਂ ਸਿੱਧੂ ਦੇ ਫੈਨਸ ਨੇ ਸਿੱਧੂ ਦੇ ਪਿਤਾ ਨੂੰ ਰੋਕਿਆ। ਅੰਕਲ ਜੀ 100 ਸਿੱਧੂ ਹੋਣਗੇ ਅੱਜ 100 ਸਿੱਧੂ ਹੋਣਗੇ ਜੀ ਬਾਈ ਕਰਕੇ ਗੰਨ ਬਣਾਈ ਤਾਂ ਭਾਵੁਕ ਸਮਾਂ ਜ਼ਰੂਰ ਹੈ ਪਰ ਇਸ ਸਭ ਦੇ ਵਿਚਾਲੇ ਪ੍ਰਸ਼ੰਸਕਾਂ ਦਾ ਸਾਥ ਪਰਿਵਾਰ ਨੂੰ ਹੌਸਲਾ ਜ਼ਰੂਰ ਦੇ ਰਿਹਾ ਹੋਵੇਗਾ ਤੇ ਜਦੋਂ ਪੁੱਤ ਦੇ ਜਾਣ ਤੋਂ ਬਾਅਦ ਹਜ਼ਾਰਾਂ ਲੋਕ ਲੱਖਾਂ ਪ੍ਰਸ਼ੰਸਕ ਪਰਿਵਾਰ ਦੇ ਨਾਲ ਖੜੇ ਹੋਣ ਫਿਰ ਫਰਕ ਤਾਂ ਪੈਂਦਾ ਹੈ। ਉਹਦਾ ਸਿੱਧੂ ਮੂਸੇਵਾਲਾ ਦਾ ਸੰਸਕਾਰ ਜਿੱਥੇ ਹੋਇਆ ਖੇਤਾਂ ਦੇ ਵਿੱਚ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਸਮਾਰਕ ਬਣਾਇਆ ਗਿਆ ਤੇ ਜਿਨ੍ਹਾਂ ਨੇ ਸਿੱਧੂ ਦੀ ਵੱਡੀ ਹਵੇਲੀ ਬਣਾਈ ਉਹਨਾਂ ਨੇ ਹੀ ਆਪਣੇ ਹੱਥਾਂ ਨਾਲ ਸਿੱਧੂ ਦੀ ਹੁਣ ਯਾਦਗਾਰ ਬਣਾਈ ਹੈ। ਸਿੱਧੂ ਮੂਸੇਵਾਲਾ ਨੂੰ ਸਭ ਤੋਂ ਜ਼ਿਆਦਾ ਜੋ ਪਸੰਦ ਸੀ ਉਹ ਸੀ ਖੇਤੀ ਕਰਨਾ, ਆਪਣਾ ਟਰੈਕਟਰ, ਆਪਣੀ ਜ਼ਮੀਨ ਔਰ ਆਪਣੇ ਖੇਤ। ਪਰ ਹੁਣ ਖੇਤਾਂ ਦੇ ਵਿੱਚ ਉਹਨਾਂ ਦੀ ਸਮਾਰਕ ਜਿਹੜੀ ਹੈ ਪਿੰਡ ਵੱਲੋਂ ਬਣਾ ਦਿੱਤੀ ਗਈ ਹੈ। ਇਹ ਸਿੱਧੂ ਮੂਸੇਵਾਲੇ ਦੇ ਆਪਣੇ ਖੇਤ ਹੈ। ਸਿੱਧੂ ਮੂਸੇਵਾਲਾ ਦਾ ਖੇਤਾਂ ਦੇ ਨਾਲ ਲਗਾਓ ਸੀ ਅਤੇ ਮਾਤਾ-ਪਿਤਾ ਦੀ ਇੱਛਾ ਮੁਤਾਬਕ ਸਿੱਧੂ ਦਾ ਸੰਸਕਾਰ ਵੀ ਖੇਤਾਂ ਦੇ ਵਿੱਚ ਹੀ ਕੀਤਾ ਗਿਆ। ਹਵੇਲੀ ਬਣਾਉਣ ਵਾਲੇ ਮਿਸਤਰੀ ਉੱਥੇ ਆਏ ਤੇ ਮੂਸੇਵਾਲਾ ਦੀ ਸਮਾਰਕ ਉਹਨਾਂ ਦੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਹ ਸਾਡੀ ਮਾੜੀ ਕਿਸਮਤ ਹੈ ਕਿ ਭਾਜੀ ਨੂੰ ਆਏ ਮਿਲੇ। ਜਿਉਂਦੇ ਜੀ ਮਿਲਣਾ ਸੀ ਬਹੁਤ ਵਧੀਆ ਗੱਲ ਹੁੰਦੀ, ਬਹੁਤ ਜ਼ਿਆਦਾ ਇੱਛਾ ਸੀਗੀ, ਬਹੁਤ ਜ਼ਿਆਦਾ ਭਾਜੀ ਨੂੰ ਮਿਲਣ ਦੀ। ਮਾਂ ਗਾਣਾ ਭਾਜੀ, ਮਾਂ ਗਾਣਾ ਬਹੁਤ ਜ਼ਿਆਦਾ ਪਸੰਦ ਸੀਗਾ। ਹੁਣ ਉਹਨਾਂ ਦੇ ਖੇਤਾਂ ਦੇ ਵਿੱਚ ਹੀ ਉਹਨਾਂ ਦੀ ਸਮਾਰਕ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਔਰ ਪੂਰਾ ਮੂਸਾ ਪਿੰਡ ਜਿਹੜਾ ਵਾ ਮਾਤਮ ਪਸਰਿਆ ਹੋਇਆ ਹੈ। ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਭਾਈ, ਨਿਊਜ਼ 18 ਮਾਨਸਾ। ਉਧਰ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਮਨਪ੍ਰੀਤ ਭਾਊ ਨਾਮ ਦੇ ਸ਼ਖਸ ਨੂੰ ਕਾਬੂ ਕੀਤਾ ਹੈ, ਜਿਸ ਤੋਂ ਬਾਅਦ ਮਨਪ੍ਰੀਤ ਭਾਊ ਦਾ ਪਰਿਵਾਰ ਵੀ ਮੀਡੀਆ ਦੇ ਸਾਹਮਣੇ ਆਇਆ ਤੇ ਮਨਪ੍ਰੀਤ ਭਾਊ ਨੂੰ ਨਿਰਦੋਸ਼ ਦੱਸਿਆ। ਮਾਤਾ-ਪਿਤਾ ਕਹਿ ਰਹੇ ਨੇ ਕਿ ਮਨਪ੍ਰੀਤ ਬਿਲਕੁਲ ਹੀ ਬੇਕਸੂਰ ਹੈ, ਪੁਲਿਸ ਉਸ ਨੂੰ ਧੱਕੇ ਨਾਲ ਫਸਾ ਰਹੀ ਹੈ। ਉਹਨਾਂ ਮੁਤਾਬਿਕ ਕੁਝ ਲੋਕ ਸਿਵਲ ਵਰਦੀ ਦੇ ਵਿੱਚ ਆਏ ਸਨ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਪਹਿਲਾਂ ਇੱਕ ਦੋ ਵਾਰੀ ਨਾ ਵੀ ਉਹ ਪੁਲਿਸ ਸਾਡੇ ਵੀ ਅੱਗੇ ਮੁੰਡੇ ਤੇ ਹੈਗੇ 2 ਪਰਚੇ, ਇਸ ਕਰਕੇ ਉਹ ਪਰਚਿਆਂ ਦੇ ਵਿੱਚ ਨਾ ਹੀ ਬਸ ਪਾਈ ਆਉਂਦੀ ਹੈ, ਝੂਠਾ ਪਾਈ ਆਉਂਦੀ। ਸਾਡੇ ਜੀ ਅਸੀਂ ਤਾਂ ਬਿਲਕੁਲ ਦੋਸ਼ ਆ, ਮੇਰਾ ਬੇਟਾ ਵੀ ਦੋਸ਼ ਆ। ਜਦੋਂ ਉਹਨਾਂ ਨੂੰ 5 ਦਿਨ ਉਹਦੀ ਡੈਥ ਹੋਣ ਤੋਂ ਪਹਿਲਾਂ ਹੇਮਕੁੰਟ ਸਾਹਿਬ ਗਏ ਆ ਉਹ। ਪਰਿਵਾਰ ਪੁਲਿਸ ਤੇ ਇਲਜ਼ਾਮ ਲਗਾ ਰਹੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਮਨਪ੍ਰੀਤ ਭਾਊ ਦਾ ਬੈਕਗ੍ਰਾਉਂਡ ਕ੍ਰਿਮੀਨਲ ਹੈ। ਮਨਪ੍ਰੀਤ ਸਿੰਘ ਜੋ ਹੈਗਾ ਜੋ ਉਹਦੇ ਲਈ ਫਰੀਦਕੋਟ ਪੁਲਿਸ ਵਿੱਚ 8 ਮੁਕੱਦਮੇ ਦਰਜ ਹੋ ਚੁੱਕੇ ਹੈ ਔਰ 7 ਵਿੱਚ ਉਹਦੀ ਅਰੈਸਟ ਪਹਿਲਾਂ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਕਿ ਉਹ ਬੇਲ ਤੇ ਬਾਹਰ ਆ ਚੁੱਕੇ ਹੈ ਔਰ ਇੱਕ ਮੁਕੱਦਮੇ ਵਿੱਚ ਸਾਡੇ ਹੁਣੇ ਵਾਂਟਡ ਹੈ। ਪੁਲਿਸ ਦੇ ਕੋਲ ਮਨਪ੍ਰੀਤ ਦਾ ਹੁਣ ਰਿਮਾਂਡ ਹੈ, ਪੁੱਛ ਪੜਤਾਲ ਜਾਰੀ ਹੈ। ਪੁਲਿਸ ਨੂੰ ਇਸ ਦੌਰਾਨ ਕਈ ਹੋਰ ਅਹਿਮ ਖੁਲਾਸੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਹੋਣ ਦੀ ਉਮੀਦ ਹੈ। ਉਹਦਾ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਗੈਂਗ ਵਾਰ ਦਾ ਖਤਰਾ ਵੀ ਬਣਿਆ ਹੋਇਆ, ਕਿਉਂਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਦਾ ਗਰੁੱਪ ਹੈ ਤਾਂ ਦੂਜੇ ਪਾਸੇ ਬੰਬੀਹਾ ਗਰੁੱਪ।
ਬੰਬੀਹਾ ਗਰੁੱਪ ਤੇ ਲਾਰੈਂਸ ਬਿਸ਼ਨੋਈ ਗੈਂਗ ਆਮੋ ਸਾਹਮਣੇ ਨੇ। ਇੱਕ ਦੂਜੇ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਵਾਲੇ ਬਿਸ਼ਨੋਈ ਗੈਂਗ ਨੂੰ ਬੰਬੀਹਾ ਗਰੁੱਪ 3 ਦਿਨਾਂ ਦੇ ਵਿੱਚ ਦੂਜੀ ਧਮਕੀ ਦੇ ਰਿਹਾ ਹੈ, ਜਿਸ ਦੇ ਵਿੱਚ 2 ਦਿਨਾਂ ਅੰਦਰ ਬਿਸ਼ਨੋਈ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਨੀਰਜ ਬਵਾਣਾ ਦੀ ਆਈਡੀ ਤੋਂ ਪਾਈ ਗਈ ਪੋਸਟ ਦੇ ਵਿੱਚ ਕਿਹਾ ਗਿਆ, ਸਿੱਧੂ ਮੂਸੇਵਾਲਾ ਦੇ ਕਤਲ 'ਚ ਇਸ ਮਨਕੀਰਤ ਦਾ ਹੱਥ ਹੈ, ਹੁਣ ਇਹ ਵੀ ਉੱਪਰ ਜਾਣ ਦੀ ਤਿਆਰੀ ਕਰ ਲਏ। ਕੌਸ਼ਲ ਚੌਧਰੀ ਨਾਮ ਦੀ ਆਈਡੀ ਤੋਂ ਇੱਕ ਹੋਰ ਪੋਸਟ ਵੀ ਪਾਈ ਗਈ, ਜਿਸ ਦੇ ਵਿੱਚ ਕਿਹਾ ਗਿਆ ਕਿ ਯਾਰ ਦਾ ਬਦਲਾ ਯਾਰ ਲਏਗਾ। ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਦਿੱਲੀ ਦੀ ਸਪੈਸ਼ਲ ਸੈੱਲ ਨੇ ਅਦਾਲਤ ਤੋਂ ਉਸ ਦਾ 5 ਦਿਨ ਦਾ ਰਿਮਾਂਡ ਲਿਆ ਹੋਇਆ ਹੈ, ਪਰ ਜੇਲ੍ਹਾਂ 'ਚ ਬੈਠੇ ਇਹ ਗੈਂਗਸਟਰ ਪੰਜਾਬ ਦੇ ਲਈ ਵੱਡਾ ਖਤਰਾ ਬਣੇ ਹੋਏ ਨੇ। ਇੱਕ ਬਹੁਤ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਆਲਰੇਡੀ ਹੋ ਚੁੱਕੀ ਹੈ। ਸਿੱਧੂ ਮੂਸੇਵਾਲਾ ਦਾ ਕਤਲ ਹੋ ਚੁੱਕਾ ਹੈ ਤੇ ਇਸ ਵਿਚਾਲੇ ਜਦੋਂ ਗੈਂਗਸਟਰ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਦੂਜੇ ਨੂੰ ਧਮਕੀਆਂ ਦੇਣ, ਬਦਲਾ ਲੈਣ ਦਾ ਜ਼ਿਕਰ ਕਰਨ, ਫਿਰ ਫਰਕ ਤਾਂ ਪੈਂਦਾ ਹੈ। ਸਵਾਲ ਕਾਨੂੰਨ ਵਿਵਸਥਾ ਤੇ ਤਾਂ ਉੱਠਦਾ ਹੈ। ਉਧਰ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਪੁੱਛਗਿੱਛ ਕਰੇਗੀ ਤੇ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਹੁਣ ਤਿਆਰੀ ਵੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਮਾਨਸਾ ਦੇ ਐਸਐਸਪੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਤੋਂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਪੁੱਛ ਪੜਤਾਲ ਦੇ ਲਈ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ। ਇਹ ਜਿਹੜਾ ਕੰਮ ਸੀਗਾ ਆਰਗੇਨਾਈਜ਼ਡ ਕ੍ਰਿਮੀਨਲਸ ਦਾ ਹੀ, ਗੈਂਗਸਟਰ ਦਾ ਹੀ ਕੰਮ ਸੀਗਾ ਤੇ ਕੁਝ 2 ਗੈਂਗਸਟਰਸ ਨੂੰ ਜਿਹੜੇ ਪ੍ਰੋਡਕਸ਼ਨ ਵਾਰੰਟ ਤੇ ਕੱਲ੍ਹ ਲਿਆਂਦਾ ਗਿਆ ਤੇ ਇੱਕ ਜਿਹੜਾ ਹੋਰ ਮੁਜਰਮ ਨੂੰ ਮੁਕੱਦਮੇ 'ਚ ਨਾਮਜ਼ਦ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਦਾ ਕੋਲ ਸਾਡੇ ਕੋਲ 6 ਦਿਨ ਦਾ ਰਿਮਾਂਡ ਹੈਗਾ ਤੇ ਉਹਨਾਂ ਦੀ ਜਿਹੜੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਾਨੂੰ ਲੱਗਦਾ ਇਹਨਾਂ ਦੀ ਪੁੱਛਗਿੱਛ ਦੇ ਦੌਰਾਨ ਅਹਿਮ ਲੀਡ ਸਾਨੂੰ ਮਿਲਣਗੀਆਂ ਜਿਹੜੇ ਅਸਲ ਦੋਸ਼ੀਆਂ ਨੂੰ ਫੜਨ ਲਈ ਸਾਡੇ ਲਈ ਬਹੁਤ ਹੀ ਅਹਿਮ ਹੋਣਗੀਆਂ। ਉਧਰ ਲਾਰੈਂਸ ਬਿਸ਼ਨੋਈ ਨੇ ਇਸ ਬਾਬਤ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੀ ਰੁਖ ਕੀਤਾ ਹੈ। ਇਸ ਤੋਂ ਪਹਿਲਾਂ ਲਾਰੈਂਸ ਨੇ ਐਨਕਾਊਂਟਰ ਦਾ ਖਦਸ਼ਾ ਜਤਾਉਂਦੇ ਹੋਏ ਦਿੱਲੀ ਹਾਈ ਕੋਰਟ ਦਾ ਵੀ ਰੁਖ ਕੀਤਾ ਸੀ, ਪਰ ਸਵੇਰੇ ਆਪਣੀ ਦਰਖਾਸਤ ਵਾਪਸ ਲੈ ਲਈ ਤੇ ਪੰਜਾਬ ਹਰਿयाणा हाई कोर्ट ਦੇ ਵਿੱਚ ਹੁਣ ਪਟੀਸ਼ਨ पाई है। दिल्ली हाई कोर्ट के अंदर रिट पिटीशन फाइल की और इसके अंदर हमने डिमांड की कि कोई भी अगर प्रोडक्शन वारंट पंजाब पुलिस की तरफ से आता है, कोई भी ट्रांजिट रिमांड के लिए पंजाब पुलिस आती है तो दिल्ली पुलिस को ही उसकी पूरी सिक्योरिटी का जिम्मा दिया जाए और पूरी जवाबदेही तय की जाए कि उसका कोई भी पंजाब पुलिस ले जाके फेक एनकाउंटर ना कर दे। ਤਾਂ ਪੰਜਾਬ ਪੁਲਿਸ ਤਿਆਰੀ ਕਰ ਰਹੀ ਹੈ ਇਸ ਸਮੇਂ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਉਣ ਦੀ। ਤਾਂ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਅਦਾਲਤਾਂ ਦੇ ਬੂਹੇ ਖੜਕਾ ਰਿਹਾ ਹੈ ਕਿ ਮੇਰਾ ਪ੍ਰੋਡਕਸ਼ਨ ਵਾਰੰਟ ਪੰਜਾਬ ਪੁਲਿਸ ਨੂੰ ਨਾ ਦਿੱਤਾ ਜਾਵੇ, ਮੇਰਾ ਐਨਕਾਊਂਟਰ ਹੋ ਸਕਦਾ ਹੈ। ਹੁਣ ਦੇਖਣਾ ਹੋਏਗਾ ਕਿ ਲਾਰੈਂਸ ਬਿਸ਼ਨੋਈ ਨੂੰ ਕਦੋਂ ਲੈ ਕੇ ਆਉਂਦੀ ਹੈ ਪੰਜਾਬ ਪੁਲਿਸ ਤੇ ਕੀ ਖੁਲਾਸੇ ਹੁੰਦੇ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ। ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ।